ਸਤਿ ਸ਼੍ਰੀ ਅਕਾਲ ਸਾਰਿਆਂ ਦਾ ਸਵਾਗਤ ਹੈ ਸਾਡੇ ਇਸ ਚੈਨਲ ਦੇ ਉੱਤੇ ਜਿੱਥੇ ਆਪਾਂ ਅੱਜ ਗੱਲ ਕਰਾਂਗੇ ਪਿਛਲੇ 6 ਮਹੀਨਿਆਂ ਦੇ ਕਰੰਟ ਅਫੇਅਰ ਦੀ ਕਿ ਮਾਰਚ ਤੋਂ ਅਕਤੂਬਰ ਤੱਕ ਜਿਹੜੇ ਮੋਸਟ ਇੰਪੋਰਟੈਂਟ ਕਰੰਟ ਅਫੇਅਰ ਹੈ ਉਹਦਾ ਪਹਿਲਾ ਪਾਰਟ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਿਚਕਾਰ ਜਿੱਥੇ ਆਪਾਂ ਵੇਖਾਂਗੇ। ਚਲੋ ਤੁਸੀਂ ਇਸ ਵੀਡੀਓ ਨੂੰ ਆਪਣੇ ਦੋਸਤਾਂ ਦੇ ਨਾਲ ਜਿਹੜੇ ਹੈਗੇ ਸ਼ੇਅਰ ਕਰ ਦਿਓ ਕਿ ਜਿਨ੍ਹਾਂ ਦਾ ਵੀ ਐਗਜ਼ਾਮ ਹੈਗਾ ਜਿੱਥੇ ਆਪਾਂ ਦੇਖਾਂਗੇ ਜਿਵੇਂ ਤੁਹਾਡੇ ਸਾਹਮਣੇ ਫੋਟੋਆਂ ਜਿਹੜੀਆਂ ਆ ਰਹੇ ਨੇ ਮਾਈਕਰੋਸਾਫਟ ਦੇ ਉੱਤੇ ਜਿਹੜੇ ਕੁਐਸਚਨ ਨੇ ਉਹ ਵੇਖਾਂਗੇ। ਡੋਨੇਟ ਇਹ ਪੈਨਸ਼ਨ ਜਿਹੜੀ ਉਹ ਲਾਂਚ ਕੀਤੀ ਉਹ ਵੇਖਾਂਗੇ। ਆਰਬੀਆਈ ਬਾਰੇ ਗੱਲ ਕਰਾਂਗੇ ਅਤੇ ਮੈਡਲ ਜਿਹੜੇ ਜਿੱਤੇ ਨੇ ਉਹ ਆਪਾਂ ਵੇਖਾਂਗੇ ਅਤੇ ਇਹ ਮੁਹੱਤਰਮਾ ਕੌਣ ਨੇ ਇਹਨਾਂ ਦੇ ਬਾਰੇ ਵੀ ਆਪਾਂ ਪੜ੍ਹਾਂਗੇ। ਚਲਿਏ ਸਭ ਤੋਂ ਪਹਿਲਾਂ ਤੁਹਾਡੇ ਸਾਹਮਣੇ ਇੱਕ ਮੋਟੀਵੇਸ਼ਨਲ ਕੋਟ ਹੈਗਾ ਜਿਹੜਾ ਤੁਹਾਨੂੰ ਐਗਜ਼ਾਮ ਜਿਹੜੇ ਆ ਰਹੇ ਨੇ ਉਹਦੇ ਲਈ ਮੋਟੀਵੇਟ ਕਰੇਗਾ। ਜਜ਼ਬਾ ਰੱਖੋ ਹਰ ਪਲ ਜਿੱਤਣ ਦਾ, ਜਜ਼ਬਾ ਰੱਖੋ ਹਰ ਪਲ ਜਿੱਤਣ ਦਾ ਕਿਉਂਕਿ ਕਿਸਮਤ ਬਦਲੇ ਨਾ ਬਦਲੇ ਪਰ ਵਕਤ ਜ਼ਰੂਰ ਬਦਲਦਾ ਹੈ। ਜੀ ਸੱਚੀਆਂ ਗੱਲਾਂ ਨੇ, ਵਕਤ ਜਿਹੜਾ ਹੈ ਉਹ ਜ਼ਰੂਰ ਬਦਲੂਗਾ। ਤੁਸੀਂ ਮਿਹਨਤ ਕਰਦੇ ਰਹੋ ਔਰ ਮਿਹਨਤ ਦਾ ਮੁੱਲ ਜਿਹੜਾ ਹੈ ਅੱਲਾ ਜ਼ਰੂਰ ਦਿੰਦਾ ਹੈ ਨਾ। ਅਤੇ ਚਲੀਏ ਗੱਲ ਕਰਦੇ ਹਾਂ। ਪਹਿਲਾ ਕੁਐਸਚਨ ਤੁਹਾਡੇ ਸਾਹਮਣੇ ਹੈਗਾ ਕਿ ਮਾਈਕਰੋਸਾਫਟ ਜਿਹੜਾ ਹੈਗਾ ਉਹਨੇ ਹਾਲ ਹੀ ਵਿੱਚ ਜਿਹੜਾ ਹੈਗਾ ਇੱਕ ਹੈਦਰਾਬਾਦ ਵਿੱਚ ਭਾਰਤ ਵਿੱਚ ਆਪਣਾ ਸਭ ਤੋਂ ਵੱਡਾ ਯਾਨੀ ਕਿ ਡੇਟਾ ਸੈਂਟਰ ਜਿਹੜਾ ਹੈਗਾ ਉਹ ਓਪਨ ਕੀਤਾ ਹੈ। ਕਿੱਥੇ ਕੀਤਾ? ਹੈਦਰਾਬਾਦ ਦੇ ਵਿੱਚ ਕੀਤਾ। ਤੁਸੀਂ ਧਿਆਨ ਰੱਖਿਓ ਕਿਉਂਕਿ ਕੁਐਸਚਨ ਨੂੰ ਘੁਮਾ ਕੇ ਵੀ ਪੁੱਛਿਆ ਜਾ ਸਕਦਾ ਹੈ। ਠੀਕ ਹੈ, ਹੈਦਰਾਬਾਦ ਦੇ ਵਿੱਚ ਇਹਨੇ ਆਪਣਾ ਕੀ ਹੈ ਸਭ ਤੋਂ ਵੱਡਾ ਡਾਟਾ ਸੈਂਟਰ ਓਪਨ ਕੀਤਾ ਹੈ। ਅਤੇ ਇਸ ਤੋਂ ਪਹਿਲਾਂ ਮਤਲਬ ਇਸ ਤੋਂ ਇਲਾਵਾ ਕੰਪਨੀ ਨੇ ਦੇ ਕੋਲ ਪਹਿਲਾਂ ਦੇਸ਼ ਵਿੱਚ ਕਿੰਨੇ ਡੇਟਾ ਸੈਂਟਰ ਨੇ ਅਤੇ ਧਿਆਨ ਰੱਖਿਓ ਇਹ ਤੋਂ ਪਹਿਲਾਂ ਆਪਾਂ ਗੱਲ ਕਰੀਏ ਤਾਂ 3 ਡੇਟਾ ਸੈਂਟਰ ਨੇ ਯਾਨੀ ਕਿ ਇਹ ਚੌਥਾ ਜਿਹੜਾ ਹੈਗਾ ਉਹ ਓਪਨ ਕੀਤਾ ਹੈ। 3 ਕਿੱਥੇ ਕਿੱਥੇ ਹੈਗੇ ਧਿਆਨ ਰੱਖਿਓ। ਇੱਕ ਤਾਂ ਮੁੰਬਈ ਦੇ ਵਿੱਚ ਹੈਗਾ, ਠੀਕ ਹੈ, ਦੂਜਾ ਜਿਹੜਾ ਹੈਗਾ ਉਹ ਚੇਨਈ ਦੇ ਵਿੱਚ ਹੈਗਾ, ਠੀਕ ਹੈ, ਇਹ ਧਿਆਨ ਰੱਖਿਓ। ਔਰ ਇੱਕ ਹੈਦਰਾਬਾਦ ਦੇ ਵਿੱਚ ਇਹਨੇ ਸ਼ੁਰੂ ਕੀਤਾ ਹੈ ਅਤੇ ਇੱਕ ਜਿਹੜਾ ਹੈਗਾ ਉਹ ਦਿੱਲੀ ਦੇ ਵਿੱਚ ਹੈ ਨਾ। ਅਤੇ 4 ਸੈਂਟਰ ਹੋ ਗਏ ਨੇ, ਪਹਿਲਾਂ 3 ਹੈਗੇ ਜਿਵੇਂ ਮਾਈਕਰੋਸਾਫਟ ਜਿਹੜਾ ਤੁਹਾਡੇ ਸਾਹਮਣੇ ਦਿੱਤਾ ਗਿਆ ਹੈ ਨਾ। ਅਤੇ ਆਪਾਂ ਧਿਆਨ ਰੱਖਣਾ ਹੈ ਸਤਿਆ ਨਾਡੇਲਾ ਜਿਹੜੇ ਨੇ ਉਹ ਇਹਦੇ CEO ਨੇ ਹੈ ਨਾ, ਤੁਹਾਨੂੰ ਪਤਾ ਹੀ ਹੈਗਾ, ਠੀਕ ਹੈ, ਇਹ ਤੁਸੀਂ ਧਿਆਨ ਰੱਖਣਾ ਹੈ। ਅਤੇ ਇਹ ਮੋਸਟ ਇੰਪੋਰਟੈਂਟ ਕੁਐਸਚਨ ਨੇ, ਪੁੱਛਿਆ ਜਾ ਸਕਦਾ ਹੈ ਕਿਸੇ ਵੀ ਐਗਜ਼ਾਮ ਦੇ ਵਿੱਚ ਜਿਹੜਾ ਹੈਗਾ ਇਹਦੇ ਉੱਤੋਂ ਕੁਐਸਚਨ ਜਿਹੜੇ ਨੇ ਉਹ ਬਣ ਸਕਦੇ ਨੇ, ਠੀਕ ਹੈ, ਇਹ ਤੁਸੀਂ ਖਾਸ ਕਰਕੇ ਧਿਆਨ ਰੱਖਣਾ ਹੈ। ਹੋਪ ਸੋ ਤੁਹਾਨੂੰ ਇਹ ਸਮਝ ਆਇਆ ਹੋਗਾ। ਦੂਜਾ ਕੁਐਸਚਨ ਆਪਣੇ ਕੋਲ ਦਿੱਤਾ ਗਿਆ ਹੈ ਕਿ ਦੀ ਇੰਡੀਆ ਸ਼੍ਰੀਲੰਕਾ ਅਤੇ ਬਾਇਲੇਟਰਲ ਮੈਰੀਟਾਈਮ ਐਕਸਰਸਾਈਜ਼ ਲਿਨੈਕਸ 2022 ਵਿਲ ਬੀ ਹੈਲਡ ਇਨ ਵਿਚ ਪਲੇਸ, ਯਾਨੀ ਕਿ ਭਾਰਤ ਅਤੇ ਸ਼੍ਰੀਲੰਕਾ ਜਿਹੜਾ ਦੂਲਾ ਸਮੁੰਦਰੀ ਅਭਿਆਸ ਹੈਗਾ ਹੈ ਨਾ, ਜਿਹਦਾ ਨਾਂ ਕੀ ਹੈ, ਜਿਹਦਾ ਨਾਂ ਆਪਣੇ ਕੋਲ ਦਿੱਤਾ ਗਿਆ ਹੈ ਕਿ ਸਲਿਨੈਕਸ 2022 ਹੈ ਨਾ। ਇਹ ਸਲਿਨੈਕਸ ਜਿਹੜਾ ਹੈਗਾ ਇਹ ਕਿੱਥੇ ਯਾਨੀ ਕਿ ਕਿਸ ਜਗ੍ਹਾ ਦੇ ਉੱਤੇ ਕੀਤਾ ਗਿਆ ਜਾਂ ਫਿਰ ਕੀਤਾ ਜਾਵੇਗਾ। ਉਵੇਂ ਆਪਾਂ ਗੱਲ ਕਰੀਏ ਤਾਂ ਇਹ ਹੋ ਚੁੱਕਿਆ ਹੈ ਨਾ, ਇਹ ਹੋ ਚੁੱਕਿਆ ਹੈ। ਹੁਣ ਤਾਂ ਇਹਦੇ ਉੱਤੇ ਇੱਕ ਕੁਐਸਚਨ ਜਿਹੜਾ ਹੈ ਉਹ ਹੀ ਬਣਿਆ ਹੋਇਆ ਹੈ ਕਿਉਂਕਿ ਇਹ ਪਹਿਲਾਂ ਵੀ ਆਪਾਂ ਗੱਲ ਕਰ ਚੁੱਕੇ ਹਾਂ ਇਹਦੇ ਬਾਰੇ ਔਰ ਪਹਿਲਾਂ ਵੀ ਆਪਾਂ ਪੜ੍ਹ ਚੁੱਕੇ ਨੇ ਹੈ ਨਾ। ਅਤੇ ਇਹ ਤੁਸੀਂ ਥੋੜ੍ਹਾ ਜਿਹਾ ਧਿਆਨ ਰੱਖਣਾ। ਮੋਸਟ ਇੰਪੋਰਟੈਂਟ ਕੁਐਸਚਨ ਨੇ ਅਤੇ ਪੁੱਛਿਆ ਜਾ ਸਕਦਾ ਹੈ ਕਿੱਥੇ ਹੋਇਆ ਹੈ, ਵਿਸ਼ਾਖਾਪਟਨਮ ਦੇ ਵਿੱਚ ਹੋਇਆ ਹੈ। ਕਿੱਥੇ ਹੋਇਆ? ਵਿਸ਼ਾਖਾਪਟਨਮ ਦੇ ਵਿੱਚ ਹੋਇਆ ਹੈ। ਆਹ ਤੁਸੀਂ ਧਿਆਨ ਰੱਖਣਾ ਹੈ। ਜੇ ਇੱਕ ਗੱਲ ਹੋਰ ਦੱਸਾਂ ਮੈਂ ਤੁਹਾਨੂੰ ਕਿ ਇਹ ਜਿਹੜਾ ਨੇ ਹੈ ਨਾ, ਜਿੰਨੇ ਵੀ ਕੁਐਸਚਨ ਨੇ, ਜਿੰਨੇ ਵੀ ਆਪਾਂ ਗੱਲ ਕਰਨੇ ਨੇ, ਜਿੰਨੇ ਵੀ ਚੀਜ਼ਾਂ ਆਪਾਂ ਪੜ੍ਹ ਰਹੇ ਨੇ ਇੱਥੇ ਹੈ ਨਾ, ਇਹ ਸਾਰੀ ਦੀ ਸਾਰੀ ਜਿਹੜੀ ਹੈਗੀ ਉਹ ਮੋਸਟ ਇੰਪੋਰਟੈਂਟ ਆ। ਤੁਸੀਂ ਖਾਸ ਕਰਕੇ ਧਿਆਨ ਰੱਖਿਓ ਹੈ ਨਾ। ਕਿਸੇ ਵੀ ਐਗਜ਼ਾਮ ਦੇ ਵਿੱਚ ਇਹਦੇ ਉੱਤੋਂ ਕੁਐਸਚਨ ਜਿਹੜੇ ਨੇ ਉਹ ਬਣ ਸਕਦੇ ਨੇ, ਠੀਕ ਹੈ। ਕਿੱਥੇ ਹੋਇਆ? ਵਿਸ਼ਾਖਾਪਟਨਮ ਦੇ ਵਿੱਚ ਹੋਇਆ। ਆ ਤੁਸੀਂ ਧਿਆਨ ਰੱਖਣਾ ਹੈ। ਅਤੇ ਇਹਦੇ ਬਾਰੇ ਹੋਰ ਮੈਂ ਤੁਹਾਨੂੰ ਦੱਸਾਂ ਜਿਵੇਂ ਸ਼੍ਰੀਲੰਕਾ ਦੇ ਨਾਲ ਜਿਵੇਂ ਆਪਣਾ ਕਿਹੜੇ ਕਿਹੜੇ ਨੇ ਹੈ ਨਾ, ਕਿਹੜੇ ਕਿਹੜੇ ਨੇ ਜਿਹੜੇ ਆਪਣੇ ਇਹ ਜਿਹੜੇ ਐਕਸਰਸਾਈਜ਼ ਹੁੰਦੀ ਹੈ ਨਾ, ਇਹਦੇ ਬਾਰੇ ਆਪਾਂ ਗੱਲ ਕਰੀਏ ਤਾਂ ਧਿਆਨ ਰੱਖਿਓ ਤੁਸੀਂ। ਸਭ ਤੋਂ ਪਹਿਲਾਂ ਸਲਿਨੈਕਸ ਜਿਹੜੀ ਹੈਗੀ ਉਹ ਕਿੱਥੇ ਹੋਈ? ਵਿਸ਼ਾਖਾਪਟਨਮ ਦੇ ਵਿੱਚ ਹੋਈ। ਫੋਟੋ ਦੇ ਬਾਰੇ ਤੁਸੀਂ ਇਹ ਦੇਖੋ ਦਿੱਤਾ ਵੀ ਗਿਆ, ਫੋਟੋ ਜਿਹੜੀ ਦਿਖਾਈ ਗਈ ਹੈ ਤੁਹਾਡੇ ਕੋਲ ਹੈ ਨਾ। ਅਤੇ ਇੱਕ ਹੁੰਦੀ ਹੈ ਮਿੱਤਰਾ ਸ਼ਕਤੀ। ਕਿਹੜੀ ਹੁੰਦੀ ਹੈ? ਮਿੱਤਰਾ ਸ਼ਕਤੀ ਜਿਹੜੀ ਹੈਗੀ, ਠੀਕ ਹੈ, ਮਿੱਤਰਾ ਸ਼ਕਤੀ ਜਿਹੜੀ ਹੈਗੀ ਉਹ ਵੀ ਇੱਥੇ ਹੁੰਦੀ ਹੈ। ਤੁਸੀਂ ਧਿਆਨ ਰੱਖਣਾ ਹੈ ਮਿੱਤਰਾ ਸ਼ਕਤੀ। ਕਲੀਅਰ ਹੈ? ਚਲਿਏ ਅੱਗੇ ਚੱਲਦੇ ਹਾਂ। ਨੈਕਸਟ ਆਪਾਂ ਦੇਖਦੇ ਹਾਂ, ਠੀਕ ਹੈ। ਅਤੇ ਇਹ ਕਿਹੜੀ ਹੈਗੀ? ਇਹ ਨਵਲ ਐਕਸਰਸਾਈਜ਼ ਹੈਗੀ ਅਤੇ ਇਹ ਮਿੱਤਰਾ ਸ਼ਕਤੀ ਜਿਹੜੀ ਹੈਗੀ ਇਹ ਆਰਮੀ ਐਕਸਰਸਾਈਜ਼ ਆ। ਤੁਸੀਂ ਧਿਆਨ ਰੱਖਣਾ ਹੈ ਕਿਹੜੀ ਐਕਸਰਸਾਈਜ਼ ਹੈ? ਆਰਮੀ ਐਕਸਰਸਾਈਜ਼ ਹੈਗੀ। ਆ ਤੁਸੀਂ ਧਿਆਨ ਰੱਖਣਾ ਹੈ। ਅਤੇ ਇਹਦੇ ਵਿੱਚ ਵਿਚਕਾਰ ਆਪਾਂ ਗੱਲ ਕਰੀਏ ਜਿਹੜਾ ਵਿਸ਼ਾਖਾਪਟਨਮ ਦੇ ਵਿੱਚ ਹੋਇਆ ਸੀ, ਇਹਦੇ ਵਿੱਚ ਭਾਰਤ ਦਾ ਕਿਹੜਾ INS ਸੀਗਾ ਯਾਨੀ ਕਿ ਇੰਡੀਅਨ ਨਵਲ ਸ਼ਿਪ ਕਿਹੜਾ ਸੀਗਾ ਜਿਹਨੇ ਭਾਗ ਲਿੱਤਾ ਸੀ, ਠੀਕ ਹੈ। ਆ ਵੀ ਤੁਸੀਂ ਧਿਆਨ ਰੱਖਣਾ ਹੈ। ਜਿਹਦਾ ਨਾਂ ਕੀ ਸੀਗਾ? ਕੀਰਤ ਸੀਗਾ, ਕੀਰਤ। ਆ ਤੁਸੀਂ ਧਿਆਨ ਰੱਖਣਾ ਹੈ, ਠੀਕ ਹੈ। ਕਿਹੜੇ ਨੰਬਰ ਦੀ ਸੀਗੀ? ਅਤੇ 9th ਨੰਬਰ ਦੀ ਇਹ ਯਾਨੀ 9ਵੇਂ ਨੰਬਰ ਦੀ ਕੀ ਹੈ? ਬਾਇਲੇਟਰਲ ਐਕਸਰਸਾਈਜ਼ ਸੀਗੀ ਜਿਹੜੀ ਦੋਨਾਂ ਦੇਸ਼ਾਂ ਦੇ ਵਿਚਕਾਰ ਹੋਈ ਸੀ। ਆ ਤੁਸੀਂ ਧਿਆਨ ਰੱਖਣਾ ਹੈ।
ਕਲੀਅਰ ਹੈ। ਅਤੇ ਸ਼੍ਰੀਲੰਕਾ ਦਾ ਤੁਹਾਨੂੰ ਪਤਾ ਹੀ ਹੈ, ਹੁਣੀ ਰੀਸੈਂਟਲੀ ਜਿਹੜਾ ਹੈਗਾ ਸ਼੍ਰੀਲੰਕਾ ਦੇ ਵਿੱਚ ਫਾਈਨੈਂਸ਼ੀਅਲ ਕ੍ਰਾਈਸਿਸ ਆਇਆ ਥਾ, ਹੈ ਨਾ, ਆਇਆ ਸੀਗਾ, ਉਹ ਵੀ ਤੁਸੀਂ ਧਿਆਨ ਰੱਖਿਓ, ਫਾਈਨੈਂਸ਼ੀਅਲ ਕ੍ਰਾਈਸਿਸ ਜਿਹੜਾ ਹੈਗਾ ਉਹ ਵੀ ਆਇਆ ਸੀ। ਠੀਕ ਹੈ, ਚਲਿਏ ਨੈਕਸਟ ਕੁਐਸਚਨ ਹੈਗਾ ਡੋਨੇਟ ਏ ਪੈਨਸ਼ਨ। ਡੋਨੇਟ ਏ ਪੈਨਸ਼ਨ ਜਿਹੜਾ ਹੈਗਾ ਇਹ ਕੰਪੇਨ ਲਾਂਚ ਕੀਤਾ ਗਿਆ ਹੈ, ਕਿਹੜੀ ਸਕੀਮ ਹੈ ਉਹਦੇ ਯਾਨੀ ਕਿ ਅੰਡਰ ਕੀਤਾ ਗਿਆ, ਯਾਨੀ ਕਿ ਸਰਕਾਰ ਦੁਆਰਾ ਕੇਂਦਰੀ ਸੈਕਟਰਲ ਯੋਜਨਾ ਦੇ ਤਹਿਤ ਦਾਨ ਏ ਪੈਨਸ਼ਨ ਜਿਹੜੀ ਹੈਗੀ ਮੁਹਿੰਮ ਹਾਲ ਹੀ ਵਿੱਚ ਸ਼ੁਰੂ ਕੀਤੀ ਗਈ ਹੈ, ਉਹ ਕਿਹੜੀ ਹੈਗੀ। ਤੇ ਇਹਦੇ ਵਿੱਚ ਆਪਾਂ ਗੱਲ ਕਰੀਏ ਤਾਂ ਪ੍ਰਧਾਨ ਮੰਤਰੀ ਸ਼ਰਮ ਯੋਗੀ ਮਾਨਧਨ ਯੋਜਨਾ ਜਿਹੜੀ ਹੈਗੀ ਨਾ, ਇਹਦੇ ਵਿਚਕਾਰ ਇਹਨੇ ਕੀਤਾ ਗਿਆ। ਠੀਕ ਹੈ, ਕਿੰਨੇ ਕੀਤਾ ਹੈ, ਤੇ ਸ਼ਰਮ ਐਂਡ ਰੋਜ਼ਗਾਰ ਮੰਤਰਾਲੇ ਜਿਹੜਾ ਆਪਣਾ ਹੈਗਾ, ਹੈ ਨਾ, ਉਹਨੇ ਕੀਤਾ ਹੈ। ਕਿਹਦੇ ਵਿੱਚ ਸਕੀਮ ਵਿਚਕਾਰ ਕੀਤਾ ਹੈ, ਪ੍ਰਧਾਨ ਮੰਤਰੀ ਸ਼ਰਮ ਯੋਗੀ ਮਾਨਧਨ ਯੋਜਨਾ ਵਿਚਕਾਰ ਇਹ ਕੀਤਾ ਗਿਆ। ਆ ਤੁਸੀਂ ਖਾਸ ਕਰਕੇ ਧਿਆਨ ਰੱਖਿਓ। ਕਲੀਅਰ ਹੈ, ਤੁਹਾਨੂੰ ਹੋਪ ਸ਼ੋ ਅੱਛੀ ਸਮਝ ਆਈ ਹੋਗੀ। ਤੁਹਾਨੂੰ ਪਤਾ ਹੈ ਇਹ ਜਿਹੜੀ ਸਕੀਮ ਸ਼ੁਰੂ ਕੀਤੀ ਸੀ, ਇਹਦੇ ਵਿਚਕਾਰ ਕੀ ਸੀਗਾ ਕਿ 18 ਸਾਲ ਤੋਂ ਲੈ ਕੇ 60 ਸਾਲ ਦੇ ਵਿਚਕਾਰ 40 ਸਾਲ ਦੇ ਵਿਚਕਾਰ ਤੁਸੀਂ ਕੀ ਕਰ ਸਕਦੇ ਹੋ, ਕੁਛ ਨਾ ਕੁਛ ਫੰਡ ਜਿਹੜੇ ਨੇ ਉਹ ਇੱਥੇ ਤੁਸੀਂ ਜਮ੍ਹਾਂ ਕਰਵਾਓਗੇ। ਜਦੋਂ ਤੁਹਾਡੀ ਏਜ ਜਿਹੜੀ 60 ਈਅਰ ਹੋ ਜਾਏਗੀ, ਉਹਦੇ ਬਾਅਦ ਤੁਹਾਨੂੰ ਗੌਰਮੈਂਟ ਜਿਹੜੀ 3000 ਰੁਪਏ ਪੈਨਸ਼ਨ ਜਿਹੜੀ ਹੈ ਉਹ ਦੇਊਗੀ। ਠੀਕ, ਆ ਤੁਸੀਂ ਖਾਸ ਕਰਕੇ ਧਿਆਨ ਰੱਖਣਾ ਹੈ। ਕਲੀਅਰ ਹੈ। ਨੈਕਸਟ ਕੁਐਸਚਨ ਆਪਣੇ ਕੋਲ ਹੈਗਾ ਸਮਰਥ। ਸਮਰਥ ਇਜ਼ ਅ ਸਪੈਸ਼ਲ ਇੰਟਰਪ੍ਰੀਨਿਓਰਸ਼ਿਪ ਪ੍ਰਮੋਸ਼ਨ ਡਰਾਈਵ ਹੈਗਾ, ਜਿਹੜਾ ਵੂਮਨ ਦੇ ਲਈ ਲਾਂਚ ਕੀਤਾ ਗਿਆ ਹੈ। ਕਿਹੜੀ ਮਿਨਿਸਟਰੀ ਨੇ, ਯਾਨੀ ਕਿ ਕੀ ਹੈ ਸਮਰਥ ਜਿਹੜਾ ਹੈਗਾ, ਠੀਕ ਹੈ, ਔਰਤਾਂ ਲਈ ਇੱਕ ਵਿਸ਼ੇਸ਼ ਉਦਮਤਾ ਤੇ ਪ੍ਰੋਤਸਾਹਨ ਯਾਨੀ ਕਿ ਡਰਾਈਵ ਕਿਸ ਯਾਨੀ ਕਿ ਜਿਹੜਾ ਮੰਤਰਾਲੇ ਹੈਗਾ ਉਹਦੇ ਦੁਆਰਾ ਇਹਨੂੰ ਸ਼ੁਰੂ ਕੀਤਾ ਗਿਆ। ਤੇ ਧਿਆਨ ਰੱਖਿਓ ਇਹ ਸ਼ੁਰੂ ਕੀਤਾ ਗਿਆ ਕਿਹਦੇ ਦੁਆਰਾ, ਤੇ ਸੂਖਮ ਯਾਨੀ ਕਿ ਇਹਨੂੰ ਕਹਿ ਸਕਦੇ ਹਾਂ, ਹੈ ਨਾ, ਮਾਈਕਰੋ ਜਿਹੜਾ ਹੁੰਦਾ ਹੈ, ਤੇ ਲਘੂ ਯਾਨੀ ਕਿ ਸਮੋਲ, ਤੇ ਦਰਮਿਆਨੇ ਅੰਦਰ ਜਿਹੜਾ ਮੰਤਰਾਲੇ ਹੈਗਾ, ਹੈ ਨਾ, ਮਿਨਿਸਟਰੀ ਆਫ ਮੀਡੀਅਮ ਹੈ ਨਾ, ਮੀਡੀਅਮ ਇੰਟਰਪ੍ਰਾਈਜ਼ਸ ਜਿਹੜਾ ਹੈਗਾ ਉਹਦੇ ਕਰਕੇ ਯਾਨੀ ਕਿ MSME ਕਹਿ ਸਕਦੇ ਹਾਂ ਇਹਨੂੰ ਇੰਗਲਿਸ਼ ਦੇ ਵਿੱਚ ਨਾ, MSME ਜਿਹੜਾ ਆ ਲਾਸਟ ਦਿੱਤਾ ਗਿਆ, MSME ਜਿਹੜਾ ਹੈਗਾ ਉਦੋਂ ਇਹਨੂੰ ਸ਼ੁਰੂ ਕੀਤਾ ਗਿਆ। ਕਿਹਦੇ ਲਈ, ਮਹਿਲਾਵਾਂ ਲਈ ਹੈ, ਯਾਨੀ ਕਿ ਮਹਿਲਾਵਾਂ ਨੂੰ ਪ੍ਰੋਤਸਾਹਨ ਕਰਨ ਵਾਸਤੇ ਜਾਂ ਮਹਿਲਾਵਾਂ ਜਿਹੜੀ ਔਰਤਾਂ ਨੇ ਉਹਨੂੰ ਅੱਗੇ ਵਧਾਉਣ ਵਾਸਤੇ ਇਹ ਸ਼ੁਰੂ ਕੀਤਾ ਹੈ। ਆ ਤੁਸੀਂ ਖਾਸ ਕਰਕੇ ਧਿਆਨ ਰੱਖਣਾ ਹੈ। ਕਲੀਅਰ ਹੈ, ਹੋਪ ਸੋ ਤੁਹਾਨੂੰ ਸਮਝ ਆਇਆ ਹੋਊਗਾ। ਤੁਹਾਨੂੰ ਪੁੱਛਿਆ ਜਾਵੇ ਵੀ MSME ਡੇ ਕਦੋਂ ਬਣਾਇਆ ਜਾਂਦਾ ਹੈ ਨਾ, 27 ਜੂਨ ਨੂੰ ਜਿਹੜਾ ਹੈਗਾ ਇਹ ਡੇ ਬਣਾਇਆ ਜਾਂਦਾ, ਆ ਵੀ ਤੁਸੀਂ ਧਿਆਨ ਰੱਖਣਾ ਹੈ। ਠੀਕ ਹੈ, ਇਹਦੇ ਮਿਨਿਸਟਰ ਕੌਣ ਨੇ, ਤੇ ਨਾਰਾਇਣ ਰਾਣੇ, ਠੀਕ ਹੈ, ਜਿਨ੍ਹਾਂ ਦੀ ਕੌਨਸਟੀਟਿਊਂਸੀ ਯਾਨੀ ਜਿੱਥੋਂ ਉਹ ਚੁਣਾਵ ਲੜਦੇ ਨੇ, ਕਿੱਥੋਂ ਲੜਦੇ ਨੇ ਚੁਣਾਵ, ਤੇ ਆ ਵੀ ਤੁਸੀਂ ਧਿਆਨ ਰੱਖਣਾ ਹੈ ਚੁਣਾਵ ਕਿੱਥੋਂ ਲੜਦੇ ਨੇ, ਤੇ ਮਹਾਰਾਸ਼ਟਰ ਯਾਨੀ ਕਿ ਰਾਜ ਸਭਾ ਹੈਗੀ ਇਹਨਾਂ ਦੀ। ਠੀਕ ਹੈ, ਯਾਨੀ ਕਿ ਇਹ ਆਪਣੀ ਜਿਹੜੀ ਸੀਟ ਸੀ ਉੱਥੋਂ ਵਿਜੇਤਾ ਨਹੀਂ ਹੋਏ, ਤੇ ਕੌਨਸਟੀਟਿਊਂਸੀ ਮਹਾਰਾਸ਼ਟਰ ਹੈਗੀ, ਰਾਜ ਸਭਾ ਧਿਆਨ ਰੱਖਣਾ ਹੈ। ਨੈਕਸਟ ਕੁਐਸਚਨ ਆਪਣੇ ਕੋਲ ਹੈਗਾ RBI ਜਿਹੜਾ ਹੈਗਾ, ਇਹਨੇ ਹਾਲ ਹੀ ਦੇ ਵਿੱਚ ਡਿਜੀਟਲ ਪੇਮੈਂਟ ਅਵੇਅਰਨੈਸ ਵੀਕ ਜਿਹੜਾ 7 ਮਾਰਚ ਤੋਂ ਲੈ ਕੇ 11 ਮਾਰਚ ਤੱਕ ਯਾਨੀ ਕਿ ਜਿਹੜਾ ਸੈਲੀਬ੍ਰੇਟ ਕੀਤਾ ਹੈ, ਤੇ ਇਹਦੀ ਥੀਮ ਕੀ ਸੀ, ਯਾਨੀ ਕਿ ਕੀ ਹੈ, RBI 7 ਤੋਂ ਲੈ ਕੇ 11 ਮਾਰਚ 2022 ਤੱਕ ਡਿਜੀਟਲ ਭੁਗਤਾਨ ਜਾਗਰੂਕਤਾ ਯਾਨੀ ਕਿ ਹਫਤਾ ਜਿਹੜਾ ਹੈਗਾ ਉਹ 2022 ਮਨਾ ਰਹੀ ਹੈ। ਤੇ ਇਹਦਾ ਤੁਸੀਂ ਆ ਦੱਸਣਾ ਹੈ ਵੀ ਇਹਦੀ ਯਾਨੀ ਕਿ ਜਿਹੜੀ ਥੀਮ ਸੀਗੀ ਉਹ ਕੀ ਸੀ। ਜਿਹੜੀ ਇਹਦੀ ਥੀਮ ਸੀਗੀ ਉਹ ਸੀ ਕਿ ਆਊਟਰੀਚ ਐਂਡ ਅਵੇਲੇਬਿਲਿਟੀ ਆਫ ਡਿਜੀਟਲ ਪੇਮੈਂਟ ਜਿਹੜੀ ਹੈਗੀ ਇਹ ਇਹਦੀ ਥੀਮ ਸੀਗੀ। ਆ ਤੁਸੀਂ ਧਿਆਨ ਰੱਖਣਾ ਹੈ। RBI ਦੀ ਗੱਲਾਂ ਕਰੀਏ ਆਪਾਂ, ਤੁਹਾਨੂੰ ਪਤਾ ਹੈਗਾ RBI ਜਿਹੜਾ ਆਪਣਾ ਹੈਗਾ ਹੈ ਨਾ 1 ਅਪ੍ਰੈਲ 1935 ਦੇ ਵਿੱਚ ਓਪਨ ਹੋਇਆ ਸੀ। ਜਦੋਂ ਓਪਨ ਹੋਇਆ ਸੀ ਇਹਦਾ ਹੈੱਡਕੁਆਟਰ ਕਿੱਥੇ ਹੁੰਦਾ ਸੀ, ਕਲਕੱਤਾ ਦੇ ਵਿੱਚ ਹੁੰਦਾ ਸੀ। ਬਾਅਦ 'ਚ ਸਨ 1937 ਦੇ ਵਿੱਚ ਇਹਦਾ ਹੈੱਡਕੁਆਟਰ ਚੇਂਜ ਕਰਕੇ ਕਿੱਥੇ ਕਰ ਦਿੱਤਾ ਗਿਆ, ਮੁੰਬਈ। ਤੇ ਹੁਣ ਇਹਦਾ ਹੈੱਡਕੁਆਟਰ ਕਿੱਥੇ ਹੈਗਾ, ਮੁੰਬਈ ਦੇ ਵਿੱਚ ਹੈਗਾ। ਤੇ 1937 ਦੇ ਵਿੱਚ ਹੀ RBI ਨੇ ਆਪਣੇ ਸਭ ਤੋਂ ਪਹਿਲੇ ਨੋਟ ਜਿਹੜੇ ਨੇ ਹੈ ਨਾ, ਕਰੰਸੀ ਜਿਹੜੀ ਹੈ ਉਹ ਇਹਨੇ ਲਾਗੂ ਕੀਤੀ ਸੀ। ਉਦੋਂ ਬਾਅਦ ਆਪਾਂ ਗੱਲ ਕਰੀਏ ਤੇ ਇੰਡੀਆ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਪੈਸਾ ਹੈਗਾ 10,000 ਰੁਪਏ ਦਾ ਨੋਟ ਆ ਚੁੱਕਿਆ ਹੈ। 1978 ਦੇ ਵਿੱਚ ਇਹਨੂੰ ਬੰਦ ਕੀਤਾ ਸੀ। ਆ ਵੀ ਤੁਸੀਂ ਧਿਆਨ ਰੱਖਣਾ ਹੈ। ਠੀਕ ਹੈ, ਆਪਣੇ ਲਈ ਇੰਪੋਰਟੈਂਟ ਜਿਹੜਾ ਹੈਗਾ ਹੋ ਸਕਦਾ ਹੈ। ਕਲੀਅਰ ਹੈ। ਚलिए आगे बढ़ते हैं। ਕੀ ਦਿੱਤਾ ਗਿਆ, ਭਾਰਤੀ ਏਅਰਟੈਲ है join hand with which bank to launch a co-branded credit card to strengthen the growth of India's digital ecosystem। यानी कि भारती एयरटेल ने भारत ਦੇ डिजिटल यानी कि इलेक्ट्रिक जो इकोनॉमी ਸਿਸਟਮ ਜਿਹੜਾ ਹੈਗਾ, ਈਕੋਸਿਸਟਮ ਜਿਹੜਾ ਹੈਗਾ, ਉਹਨੂੰ ਵਿਕਾਸ ਨੂੰ ਵਧਾਉਣ ਵਾਸਤੇ ਜਿਹੜਾ ਕਿਹਦੇ ਨਾਲ ਇਹਨੇ ਯਾਨੀ ਕਿ ਕਹਿ ਸਕਦੇ ਹਾਂ ਉਹ ਕੋ ਬ੍ਰਾਂਡਡ ਜਿਹੜਾ ਇੱਕ ਕਾਰਡ ਹੈਗਾ, ਠੀਕ ਹੈ, ਆਹ ਲਾਂਚ ਕੀਤਾ ਕਿਹੜੇ ਬੈਂਕ ਦੇ ਨਾਲ,
ਹੈ ਨਾ, ਇਕੋਸਿਸਟਮ ਡਿਜੀਟਲ ਇਕੋਸਿਸਟਮ ਦੇ ਲਈ ਗਰੋਥ ਕਰਨ ਵਾਸਤੇ ਇੱਕ ਕਾਰਡ ਲਾਂਚ ਕੀਤਾ। ਕਿਹੜੇ ਬੈਂਕ ਦੇ ਨਾਲ? ਐਕਸਿਸ ਬੈਂਕ ਜਿਹੜਾ ਹੈਗਾ ਉਹਦੇ ਨਾਲ ਮਿਲ ਕੇ ਇਹਨੇ ਇਹ ਸ਼ੁਰੂ ਕੀਤਾ ਐਕਸਿਸ ਬੈਂਕ। ਐਕਸਿਸ ਬੈਂਕ ਤੁਹਾਨੂੰ ਫਸਟ ਇੰਡੀਆ ਦਾ ਪ੍ਰਾਈਵੇਟ ਬੈਂਕ ਹੈਗਾ, ਆ ਵੀ ਤੁਸੀਂ ਧਿਆਨ ਰੱਖਣਾ ਹੈ। ਫਸਟ ਪ੍ਰਾਈਵੇਟ ਬੈਂਕ ਜਿਹਨੂੰ ਲਾਇਸੈਂਸ ਮਿਲਿਆ ਸੀ 1994 ਦੇ ਵਿੱਚ, ਆ ਵੀ ਤੁਸੀਂ ਧਿਆਨ ਰੱਖਣਾ ਹੈ। ਇੰਪੋਰਟੈਂਟ ਹੋ ਸਕਦਾ ਹੈ, ਪੁੱਛਿਆ ਜਾ ਸਕਦਾ ਹੈ, ਠੀਕ ਹੈ, ਮੋਸਟ ਇੰਪੋਰਟੈਂਟ ਹੈਗਾ। ਕਲੀਅਰ ਹੈਗਾ? ਚਲਿਏ ਆगे चलते हैं। ਦਿੱਤਾ ਗਿਆ ਇੰਡੀਆ ਵੌਨ 7 ਮੈਡਲ एट द 2022 ISSF ਵਰਲਡ ਕੱਪ 2022 ਜਿਹੜਾ ਕਾਇਰੋ ਇਜਿਪਟ ਦੇ ਵਿੱਚ ਹੋਇਆ ਸੀ। ਯਾਨੀ ਕਿ ਕਾਇਰਾ ਮਿਸਰ ਦੀ ਰਾਜਧਾਨੀ ਹੈਗੀ ਕਾਇਰਾ। ਉੱਥੇ ਕੀ ਹੈ ਕਿ ਵਿਸ਼ਵ ਕੱਪ ਹੋਇਆ ਸੀ ਹੁਣੀ ISSF ਦਾ, ਜਿਹਦੇ ਵਿੱਚ ਭਾਰਤ ਨੇ ਟੋਟਲ 7 ਤਮਗੇ ਯਾਨੀ 7 ਮੈਡਲ ਆਪਣੇ ਨਾਮ ਕੀਤੇ ਨੇ। ਉਹਨਾਂ ਦੇ ਵਿੱਚੋਂ ਸੋਨੇ ਦੇ ਮੈਡਲ ਕਿੰਨੇ ਆਪਣੇ ਨਾਮ ਕੀਤੇ ਆ ਉਹੀ ਆਪਾਂ ਦੱਸਣਾ। ਗੋਲਡ ਮੈਡਲ ਤੇ ਗੋਲਡ ਮੈਡਲ ਇੱਥੇ ਜਿੱਤੇ ਨੇ ਕਿੰਨੇ? 4। ਟੋਟਲ ਕਿੰਨੇ ਜਿੱਤੇ ਨੇ? 7 ਜਿੱਤੇ ਹੈ। ਉਹਦੇ ਵਿੱਚੋਂ 4 ਜਿਹੜੇ ਹੈਗੇ ਇਹ ਦੇਖੋ ਸਾਰਣੀ ਦੇ ਵਿੱਚ ਦਿੱਤਾ ਗਿਆ 4 ਗੋਲਡ ਮੈਡਲ ਨੇ, 2 ਸਿਲਵਰ ਨੇ, 1 ਬ੍ਰੌਂਜ਼ ਨੇ। ਟੋਟਲ ਕਿੰਨੇ? 7 ਮੈਡਲ ਜਿਹੜਾ ਹੈ ਪਹਿਲੇ ਨੰਬਰ ਤੇ ਰਿਹਾ ਸੀ ਇੰਡੀਆ। ਆ ਵੀ ਤੁਸੀਂ ਧਿਆਨ ਰੱਖਣਾ ਹੈ। ਕਲੀਅਰ ਹੈ? ਅੱਗੇ ਵਾਲਾ ਕੁਐਸਚਨ ਹੈਗਾ ਰਾਹੀ ਸੋਰਨੋਬਤ ਤੇ ਈਸ਼ਾ ਸਿੰਘ ਤੇ ਰੇਥਮ ਯਾਨੀ ਕਿ ਸਾਂਗਵਾਨ ਜਿਹੜੀ ਹੈਗੀ ਹੈ ਨਾ, ਰਿਦਮ ਸਾਂਗਵਾਨ ਜਿਹੜੀ ਹੈਗੀ, ਇਹਨਾਂ ਨੇ ਹਾਲ ਹੀ ਵਿੱਚ ਜਿਹੜੀ ISSF ਜਿਹੜਾ ਹੋਇਆ ਸੀ ਉਹਦੇ ਵਿਚਕਾਰ ਹੀ ਗੋਲਡ ਮੈਡਲ ਜਿੱਤਿਆ ਹੈ ਨਾ। ਤੇ ਕਿਹੜੇ ਇਵੈਂਟ ਤੋਂ ਇਹ ਮਤਲਬ ਹੈਗੇ ਯਾਨੀ ਕਿ ਕਿਹੜੇ ਦੇ ਖੇਲ ਦੇ ਵਿੱਚ ਇਹ ਭਾਗ ਲੈਂਦੇ ਨੇ? ਤੇ ਤੁਸੀਂ ਧਿਆਨ ਰੱਖਣਾ ਹੈ ਇਹ ਸ਼ੂਟਿੰਗ ਦੇ ਵਿੱਚ ਭਾਗ ਲੈਂਦੇ ਨੇ ਤੇ 25 ਮੀਟਰ ਕਿੰਨੀ 25 ਮੀਟਰ ਸ਼ੂਟਿੰਗ ਦੇ ਵਿੱਚ ਇਹ ਭਾਗ ਲੈਂਦੇ ਨੇ। ਧਿਆਨ ਰੱਖਣਾ ਹੈ ਇਹ ਤਿੰਨੋਂ ਜਿਹੜੀ ਮਹਿਲਾਵਾਂ ਨੇ ਤੁਹਾਡੇ ਸਾਹਮਣੇ ਜਿਹੜੀ ਫੋਟੋ ਦਿੱਤੀ ਗਈ ਹੈ ਆ ਤੁਸੀਂ ਧਿਆਨ ਰੱਖਣਾ ਹੈ। ਕਿੱਥੇ ਹੋਇਆ ਸੀ ਤੇ ਤੁਹਾਨੂੰ ਹੁਣੀ ਦੱਸ ਕੇ ਆਇਆ ਕਿੱਥੇ ਹੋਇਆ ਸੀ ਇਹ ISSF ਕਿੱਥੇ ਹੋਇਆ ਸੀ? ਕਾਇਰੋ ਯਾਨੀ ਕਿ ਜਿਹੜੀ ਮਿਸਰ ਦੀ ਰਾਜਧਾਨੀ ਹੈਗੀ ਉੱਥੇ ਇਹ ਖੇਲਿਆ ਗਿਆ ਹੈ। ਕਲੀਅਰ ਹੈ? ਚਲਿਏ ਅੱਗੇ ਦੇਖਦੇ ਹਾਂ। ਮਾਈਕਰੋਸਾਫਟ ਨੇ ਹਾਲ ਹੀ ਦੇ ਵਿੱਚ ਕੀ ਹੈ ਪਲਾਨ ਕੀਤਾ ਹੈ ਸੈਟਅਪ ਇੰਡੀਆ ਦਾ ਲਾਰਜੈਸਟ ਡਾਟਾ ਸੈਂਟਰ ਕਿਹੜੀ ਸਿਟੀ ਦੇ ਵਿੱਚ? ਹੁਣੀ ਪਹਿਲਾ ਕੁਐਸਚਨ ਆਪਾਂ ਕੀਤਾ ਸੀ, ਮੈਂ ਤੁਹਾਨੂੰ ਕੀ ਕਿਹਾ ਸੀ ਵੀ ਤੁਸੀਂ ਧਿਆਨ ਰੱਖਣਾ ਹੈ ਕਿਉਂਕਿ ਇਹ ਕੁਐਸਚਨ ਨੂੰ ਥੋੜਾ ਜਿਹਾ ਘੁਮਾ ਕੇ ਜਿਹੜਾ ਹੈ ਨਾ ਉਹ ਦੇ ਸਕਦੇ ਨੇ। ਤੇ ਕਿੱਥੇ? ਹੈਦਰਾਬਾਦ ਦੇ ਵਿੱਚ। ਹੁਣੀ ਆਪਾਂ ਪੜ੍ਹ ਕੇ ਆਏ ਚੌਥੇ ਨੰਬਰ ਦਾ ਸੀਗਾ, 3 ਆਲਰੇਡੀ ਜਿਹੜੇ ਨੇ ਉਹ ਸਥਾਪਿਤ ਕਰ ਚੁੱਕੇ ਨੇ, ਠੀਕ ਹੈ। ਚੌਥਾ ਜਿਹੜਾ ਹੈ ਹੈਦਰਾਬਾਦ ਔਰ ਸਭ ਤੋਂ ਵੱਡਾ ਹੈਗਾ, ਧਿਆਨ ਰੱਖਿਓ, ਠੀਕ ਹੈ। ਤੇ ਕਿਹਨੇ? ਮਾਈਕਰੋਸਾਫਟ ਨੇ। ਆਪਾਂ ਹੈਦਰਾਬਾਦ ਦੇ ਬਾਰੇ ਗੱਲ ਕਰੀਏ ਤਾਂ ਤੁਹਾਨੂੰ ਇੱਕ ਚੀਜ਼ ਧਿਆਨ ਰੱਖਣੀ ਹੈ, ਹੈਦਰਾਬਾਦ ਜਿਹੜਾ ਹੈਗਾ ਇਹਦੇ ਵਿਚਕਾਰ ਹੁਣੀ ਹਾਲ ਹੀ ਦੇ ਵਿੱਚ ਇੰਡੀਆ ਦਾ ਸਭ ਤੋਂ ਵੱਡਾ ਹੈ ਨਾ ਰੋਕ ਮਿਊਜ਼ੀਅਮ ਜਿਹੜਾ ਹੈਗਾ ਨਾ ਉਹ ਸਥਾਪਿਤ ਕੀਤਾ। ਰੋਕ ਮਿਊਜ਼ੀਅਮ ਮਤਲਬ ਜਿੱਥੇ ਬੜੇ ਬੜੇ ਜਿਹੜੇ ਪੱਥਰ ਹੁੰਦੇ ਨੇ ਉਹ ਕੀ ਹੈ ਓਪਨ ਰੋਕ ਮਿਊਜ਼ੀਅਮ ਜਿਹੜਾ ਹੈ ਉਹ ਸਥਾਪਿਤ ਕੀਤਾ ਗਿਆ। ਉੱਥੇ ਬੜੇ ਬੜੇ ਪੱਥਰ ਰੱਖੇ ਗਏ ਨੇ, ਬਹੁਤ ਪੁਰਾਣੇ ਜਿਹੜੇ 300-400 ਸਾਲ ਪੁਰਾਣੇ ਜਿਹੜੇ ਪੱਥਰ ਨੇ ਹੈ ਨਾ ਉਹਨਾਂ ਨੂੰ ਇੱਥੇ ਰੱਖਿਆ ਗਿਆ। ਆ ਵੀ ਆਪਾਂ ਧਿਆਨ ਰੱਖਣਾ ਹੈ, ਠੀਕ ਹੈ। ਤੇ ਮੋਸਟ ਇੰਪੋਰਟੈਂਟ ਕੁਐਸਚਨ ਹੋ ਸਕਦਾ ਹੈ, ਪੁੱਛਿਆ ਜਾ ਸਕਦਾ ਹੈ। ਚਲਿਏ ਨੈਕਸਟ ਕੁਐਸਚਨ ਹੈਗਾ ਆਪਣੇ ਕੋਲੇ ਕਿ ਵਿਚ ਆਰਗੇਨਾਈਜੇਸ਼ਨ ਹੈਜ਼ ਕੰਸਟਰਕਟਡ ਇੰਡੀਆਜ਼ ਫਸਟ ਗ੍ਰੀਨ ਚਾਰਜਿੰਗ ਹਬ ਅਲੋਂਗ ਦ ਜੈਪੁਰ ਆਗਰਾ ਈ ਹਾਈਵੇ। ਯਾਨੀ ਕਿ ਜਿਹੜਾ ਜੈਪੁਰ ਆਗਰਾ ਦਿੱਲੀ ਆਗਰਾ ਈ ਹਾਈਵੇ ਜਿਹੜਾ ਹੈਗਾ ਉਹਦੇ ਵਿੱਚ ਫਸਟ ਗ੍ਰੀਨ ਚਾਰਜਿੰਗ ਹਬ ਜਿਹੜਾ ਹੈ ਉਹ ਕਿੰਨੇ ਸਥਾਪਿਤ ਕੀਤਾ ਹੈ? ਧਿਆਨ ਰੱਖਿਓ ਤੁਹਾਡੇ ਕੋਲੇ ਸਾਹਮਣੇ ਜੇ ਆ ਜਾਵੇ ਕਿ ਚੰਡੀਗੜ੍ਹ ਤੋਂ ਦਿੱਲੀ ਤੱਕ ਜਿਹੜਾ ਹੈਗਾ ਉਹ ਕਿੰਨੇ ਸਥਾਪਿਤ ਕੀਤਾ ਹੈ? ਤੇ ਉਹ ਤੋਂ ਸਥਾਪਿਤ ਕੀਤਾ ਭੇਲ ਨੇ। ਕਿੰਨੇ ਸਥਾਪਿਤ ਕੀਤਾ ਹੈ? ਭੇਲ ਨੇ। ਤੇ ਜਿਹੜਾ ਆ ਹੈਗਾ ਇਹ ਸਥਾਪਿਤ ਕੀਤਾ ਹੈਗਾ ਨੈਸ਼ਨਲ ਹਾਈਵੇ ਫॉर ਇਲੈਕਟ੍ਰਿਕ ਵਹੀਕਲ ਨੇ। ਕਿਹਨੇ ਸਥਾਪਿਤ ਕੀਤਾ ਹੈ? ਨੈਸ਼ਨਲ ਹਾਈਵੇ ਫॉर ਇਲੈਕਟ੍ਰਿਕ ਵਹੀਕਲ ਦੁਆਰਾ ਜਿਹੜਾ ਹੈਗਾ ਉਹ ਸਥਾਪਿਤ ਕੀਤਾ ਗਿਆ। ਆ ਤੁਸੀਂ ਖਾਸ ਕਰਕੇ ਧਿਆਨ ਰੱਖਣਾ ਹੈ। ਤੇ ਚੰਡੀਗੜ੍ਹ ਦਿੱਲੀ ਹਾਈਵੇ ਦੇ ਵਿੱਚ ਤੇ ਇਹ ਭੇਲ ਦੁਆਰਾ ਜਿਹੜਾ ਹੈਗਾ ਉਹ ਸਥਾਪਿਤ ਕੀਤਾ ਗਿਆ। ਆ ਤੁਸੀਂ ਧਿਆਨ ਰੱਖਣਾ ਹੈ। ਕਲੀਅਰ ਹੈ? ਨੈਕਸਟ ਕੁਐਸਚਨ ਆਪਣੇ ਕੋਲ ਦਿੱਤਾ ਗਿਆ ਹੈ ਰਿਲਾਇੰਸ ਇੰਡਸਟਰੀ ਜਿਹੜੀ ਹੈਗੀ ਉਹਨੇ ਇੰਡੀਆਜ਼ ਫਸਟ ਆਫ ਕਾइंड ਐਂਡ ਲਾਰਜੈਸਟ ਗਲੋਬਲ ਡੈਸਟੀਨੇਸ਼ਨ ਨੇਮ ਜਿਹਦਾ ਨਾਮ ਰੱਖਿਆ ਹੈ ਜੀਓ ਵਰਲਡ ਸੈਂਟਰ ਹੈ। ਕੀ ਰੱਖਿਆ? ਜੀਓ ਵਰਲਡ ਸੈਂਟਰ। ਇਟ ਵਿਚ ਪਲੇਸ ਯਾਨੀ ਕਿ ਰਿਲਾਇੰਸ ਇੰਡਸਟਰੀ ਜਿਹੜੀ ਹੈਗੀ ਲਿਮਿਟਡ ਨੇ ਭਾਰਤ ਦੇ ਪਹਿਲੀ ਕਿਸਮ ਦੇ ਅਤੇ ਸਭ ਤੋਂ ਵੱਡੀ ਯਾਨੀ ਕਿ ਗਲੋਬਲ ਮੰਜ਼ਿਲ ਜਿਹੜੀ ਸਥਾਪਿਤ ਕੀਤੀ ਹੈ। ਕਿੱਥੇ ਸਥਾਪਿਤ ਕੀਤੀ ਹੈ? ਤੇ ਇਹ ਸਥਾਪਿਤ ਕੀਤੀ ਹੈ ਇਹਨਾਂ ਨੇ ਮੁੰਬਈ। ਤੁਹਾਨੂੰ ਪਤਾ ਹੈਗਾ ਇਹ ਆਰਗੇਨਾਈਜੇਸ਼ਨ ਜਿਹੜਾ ਕੀਤਾ ਗਿਆ ਜਾਂ ਫਿਰ ਹਮ ਕਹਿ ਸਕਦੇ ਹਾਂ ਜਿਹਨੂੰ ਸਥਾਪਿਤ ਕਰਨ ਵਾਸਤੇ ਯਾਨੀ ਕਿ ਜਿਹੜਾ ਫਾਊਂਡੇਸ਼ਨ ਸਟੋਨ ਜਿਹੜਾ ਰੱਖਿਆ ਗਿਆ ਉਹ ਨੀਤਾ ਅੰਬਾਨੀ ਨੇ ਰੱਖਿਆ ਹੈ। ਨੀਤਾ ਅੰਬਾਨੀ ਨੇ ਰੱਖਿਆ, ਤੁਸੀਂ ਧਿਆਨ ਰੱਖਣਾ ਹੈ। ਆ ਤੁਹਾਡੇ ਸਾਹਮਣੇ ਦਿੱਤਾ ਗਿਆ ਹੈ ਨਾ। ਕਹਿ ਸਕਦੇ ਹਾਂ ਮੋਸਟ ਇੰਪੋਰਟੈਂਟ ਹੋ ਸਕਦਾ ਹੈ, ਪੁੱਛਿਆ ਜਾ ਸਕਦਾ ਹੈ ਕਿਸੇ ਵੀ ਐਗਜ਼ਾਮ ਦੇ ਵਿਚਕਾਰ। ਕਲੀਅਰ ਹੈਗਾ? ਤੁਹਾਨੂੰ ਸ਼ਾਇਦ ਇਹ ਸਾਰੀ ਚੀਜ਼ਾਂ ਜਿਹੜੀ ਆਪਾਂ ਜੀਓ ਵਰਲਡ ਸੈਂਟਰ ਸਥਾਪਿਤ ਕੀਤਾ ਤੁਸੀਂ ਧਿਆਨ ਰੱਖਣਾ ਹੈ ਕਿੱਥੇ? ਮੁੰਬਈ ਦੇ ਵਿੱਚ ਸਥਾਪਿਤ ਕੀਤਾ ਹੈ। ਕਲੀਅਰ ਹੈ? ਨੈਕਸਟ ਕੁਐਸਚਨ ਦੇ ਵਿੱਚ ਚੱਲਦੇ ਹਾਂ ਆਪਾਂ। ਕੀ ਦਿੱਤਾ ਗਿਆ ਹੈ
ਨੈਕਸਟ ਆਪਣੇ ਕੋਲੇ ਹੈਗਾ ਜੀ ਹਾਂ, ਵਿਚ ਕੰਪਨੀ ਕਿਹੜੀ ਕੰਪਨੀ ਹੈਗੀ ਜਿਹਨੇ ਪਾਰਟਨਰਸ਼ਿਪ ਕੀਤੀ ਹੈ ਰਿਲਾਇੰਸ ਸਟ੍ਰੈਟੇਜਿਕ ਬਿਜ਼ਨਸ ਵੈਂਚਰ ਦੇ ਨਾਲ, ਕਿਹਦੇ ਲਈ? ਇਲੈਕਟ੍ਰੋਨਿਕਸ ਮੈਨੂਫੈਕਚਰਿੰਗ ਹਬ ਇਨ ਚੇਨਈ, ਯਾਨੀ ਕਿ ਕਿਸ ਕੰਪਨੀ ਨੇ, ਕਿਹੜੀ ਕੰਪਨੀ ਹੈਗੀ ਜਿਹਨੇ ਚੇਨਈ ਵਿੱਚ ਇਲੈਕਟ੍ਰੋਨਿਕਸ ਯਾਨੀ ਕਿ ਨਿਰਮਾਣ ਹੱਬ ਜਿਹੜਾ ਹੈਗਾ ਉਹ ਸਥਾਪਿਤ ਕਰਨ ਲਈ ਕਿਹਦੇ ਨਾਲ ਹੋਣੀ ਪਾਰਟਨਰਸ਼ਿਪ ਕੀਤੀ ਰਿਲਾਇੰਸ ਨੇ? ਤੇ ਉਹਦਾ ਆਨਸਰ ਕੀ ਆਊਗਾ? ਤਾਂ ਧਿਆਨ ਰੱਖਣਾ ਹੈ ਸੈਨਮੀਨਾ। ਕੀ ਆਊਗਾ? ਸੈਨਮੀਨਾ ਜਿਹੜਾ ਹੈਗਾ ਇਹਦੇ ਨਾਲ ਇਹਨਾਂ ਨੇ ਇਹ ਟਾਈ ਅਪ ਕੀਤਾ ਹੈ, ਇਹ ਤੁਸੀਂ ਧਿਆਨ ਰੱਖਣਾ ਹੈ। ਚलिए नेक्स्ट क्वेश्चन अपने को दिता गया है, वो हैज़ बीन अपॉइंटेड एज द न्यू चेयरपर्सन ऑफ द टेलीकॉम डिस्प्यूट सेटलमेंट एंड एपलेट ट्रिब्यूनल्स, यानी कि टेलीकॉम विवाद निपटारा ਅਤੇ अपीली जड़ा यानी कि ट्रिब्यूनल्स हैगा ਉਹਦੇ ਵਿਚਕਾਰ ਆਪਾਂ ਗੱਲ ਕਰੀਏ ਤਾਂ ਕਿਹਨੂੰ ਹੋਣੀ ਹੀ ਇਹਦਾ ਚੇਅਰਪਰਸਨ ਜਿਹੜਾ ਹੈਗਾ ਉਹ ਨਿਯੁਕਤ ਕੀਤਾ ਹੈ, ਇਹਦਾ ਹੈਡ ਨਿਯੁਕਤ ਕੀਤਾ ਹੈ। ਉਹਨਾਂ ਦਾ ਨਾਂ ਕੀ ਹੈ? ਤੇ ਉਹਨਾਂ ਦਾ ਨਾਂ ਹੈ DN ਪਟੇਲ। ਕੀ ਨਾਂ ਹੈਗਾ? DN ਪਟੇਲ ਜਿਹੜੇ ਨੇ ਇਹਨਾਂ ਨੂੰ ਜਿਹੜਾ ਹੈਗਾ ਨਿਯੁਕਤ ਕੀਤਾ ਗਿਆ। ਤੁਸੀਂ ਧਿਆਨ ਰੱਖਣਾ ਫੋਟੋ ਦੇ ਵਿਚਕਾਰ ਤੁਹਾਡੇ ਸਾਹਮਣੇ ਦਿੱਤਾ ਗਿਆ ਹੈ, ਠੀਕ ਹੈ। ਆਪਣੇ ਲਈ ਮੋਸਟ ਇੰਪੋਰਟੈਂਟ ਹੋ ਸਕਦਾ ਹੈ, ਆਪਣੇ ਲਈ ਪੁੱਛਿਆ ਜਾ ਸਕਦਾ ਹੈ। ਕਲੀਅਰ ਹੈਗਾ? ਹੋਪ ਸੋ ਤੁਹਾਨੂੰ ਇਹ ਗੱਲਾਂ ਜਿਹੜੀ ਮੈਂ बता रहा सारी समझ आ रही है। चलिए नेक्स्ट अपने को एक मोटिवेशनल कोट होर दिता गया तुहाडे लई कि कोशिश आखिरी साह तक करनी चाहिए है। कोशिश आखिरी साह तक करनी चाहिए है। मंजिल मिले जा तजुर्बा दोवें कीमती हैं। जी हाँ, जा तो तुहानूं मंजिल मिल जूगी या फिर तुहानूं तजुर्बा मिलूगा, तो दोनों ही कि अपने लिए कीमती ने, ठीक है। बस कोशिश करते रहो, हार नहीं माननी, आ तुसीं ध्यान रखना है। चलिए अगे वाला क्वेश्चन अपने को दिता गया, वो बिकम द 23rd वूमेन ग्रैंड मास्टर ऑफ इंडिया, यानी कि भारत की 23वीं महिला ग्रैंड मास्टर कौन बनी है? मैं तुहानूं दसदा फस्ट जिहड़ी सीगी वो कौन सी? राज लक्ष्मी। की नाम सीगा? राज लक्ष्मी सीगी जिहड़ी हैगी वो पहली सीगी, ते हुण किहड़ी बनी है? तो प्रियंका। कौन बनी है? प्रियंका, जिहड़ी मोहतरमा की फोटो दी गई सी अपने पहले पेज के उत्ते वही हैगी, ठीक है। ये बनी है कि ध्यान रखियो तुसीं, ठीक है। चलिए अच्छा, ये एक गल होर दसां, इंडिया के विचकार तुहानूं पता है चेस वर्ल्ड चैंपीयनशिप जिहड़ी हैगी इस साल इंडिया के विच हैल्ड की गई और फस्ट टाइम की गई। कित्थे हुई सी? चेन्नई दे विच हुई सी। ध्यान रखियो, क्योंकि पहला ये कित्थे होनी सी? रशिया दे विच होनी सी, ते रशिया यूक्रेन का जिहड़ा वो झगड़ा चल रहा सी, उस करके इत्थों कैंसल करके इंडिया दे विच जिहड़ी हैगी चेन्नई दे विच जिहड़ी हैगी ये चेस चैंपीयनशिप जिहड़ी हुई है। ध्यान रखियो, ठीक है। विच डे सैलीब्रेट इंटरनेशनल वूमेंस डे, यानी कि किस दिन नूं हर साल अगर आप गल करिए तो महिला दिवस जिहड़ा हैगा, यानी कि अंतरराष्ट्रीय महिला दिवस जिहड़ा हैगा वो आप मनाते हैं। तुहानूं पता ही हैगा सारिਆਂ ਨੂੰ 8 मार्च जिहड़ा हैगा उदों आप मनाते हैं। आ तुसीं ध्यान रखो 8 मार्च नूं, ते 8 अगस्त नूं सॉरी 7 अगस्त नूं एक डे जिहड़ा इस साल नवां शुरू किया गया सी, तुहानूं पता होगा। एक तो जेवलियन थ्रो डे शुरू किया गया सी, ठीक है। तुसीं ध्यान रखना है। तो एक 7 अगस्त नूं किहड़ा दिन आप मनाते हैं, आ भी तुसीं ध्यान रखना है। एक मनाते हैं आप किहड़ा हैंडलूम डे जिहड़ा हैगा वो भी आप सैलीब्रेट करते हैं। आ तुसीं ध्यान रखियो, दोनों क्लीयर हैगा। जी हाँ, वूमेंस डे, इंटरनेशनल वूमेंस डे, क्लीयर है। चलिए अगे वाला क्वेश्चन है अपने को, द जियो स्टेशनरी ऑपरेशनल इन्वायरमेंटल सैटेलाइट, यानी कि जियो स्टेशनरी ऑपरेशनल इन्वायरमेंटल सैटलमेंट जिहड़ा हैगा एक अगली पीढ़ी का मौसम उपग्रह हैगा, जिहड़ा आपां नूं की है जिहड़ा मौसम हैगा बहुत डेंजर जिहड़ा मौसम है उसकी जानकारी आपां नूं देवेगा। एक किहदे कोलों लगाया जा रहा है? तो ये नासा कोलों इंस्टॉलेशन किया जा रहा है। ध्यान रखना है। नासा तुहानूं पता है USA की कंपनी, जिवें इसरो भारत का हैगा, इंडिया का किहड़ा हैगा इसरो हैगा, है ना। जिवें जाक्सा जिहड़ा हैगा वो जापान का है, ध्यान रखना है। तो आ जिहड़ा हैगा चाइना का है, आ भी आपां ध्यान रखना है, क्लीयर है। तो USA कोलों जिहड़ा हैगा लाया जा रहा है। इहदा हैडकुआटर वाशिंगटन DC दे विच होगा। तो बिल नेल्सन जिहड़े ने इहदे हैड है, बिल नेल्सन। जिवें इसरो के S सोमनाथ ने ना, M सोमनाथ है ना, S सोमनाथ ने, है ना, उवें ही बिल नेल्सन जिहड़े वो नासा दे हैं। आ भी तुसीं ध्यान रखना है, क्लीयर है। ये ध्यान रखियो, मोस्ट इंपोर्टेंट हो सकता है, पूछा जा सकता है। चलिए नेक्स्ट क्वेश्चन आप करते हैं, वट इज़ द रैंक ऑफ इंडिया इन द वेल्थ रिपोर्ट 2022, यानी कि जिहड़ी हुणी आपां गल करिए कि एक कंपनी हैगी नाइट फ्रैंक, ਉਹਦੇ ਕੋਲੋਂ है ना वेल्थ रिपोर्ट यानी कि सब तो ज़्यादा किहड़े देश दे विच यानी कि बिलीनियर्स रहिंदे ने, यानी कि अरबपति लोग रहिंदे ने, है ना। अरबपतियां दी एक रिपोर्ट जारी होंदी है। तो इंडिया का किहड़ा स्थान है? तो इंडिया का स्थान इत्थे किहड़ा है? ध्यान रखना है। इंडिया का स्थान है तीसरा स्थान है। इंडिया का किहड़ा स्थान है? तीसरा स्थान है, ध्यान रखना है।
ਤੇ ਇੱਕ ਗੱਲ ਹੋਰ ਧਿਆਨ ਰੱਖਿਓ, ਪਹਿਲੇ ਨੰਬਰ ਤੇ ਕੌਣ ਹੈਗਾ? ਪਹਿਲੇ ਨੰਬਰ ਤੇ USA ਹੈਗਾ, ਆ ਵੀ ਆਪਾਂ ਧਿਆਨ ਰੱਖਣਾ ਹੈ। ਕਲੀਅਰ ਹੈ? ਪਹਿਲੇ ਨੰਬਰ ਤੇ ਕੌਣ ਹੈ? USA ਜਿਹੜਾ ਹੈਗਾ ਉਹ ਪਹਿਲੇ ਨੰਬਰ ਤੇ ਹੈ, ਆ ਵੀ ਆਪਾਂ ਧਿਆਨ ਰੱਖਣਾ ਹੈ। ਕਲੀਅਰ ਹੈ? ਹੋਪ ਸੋ ਤੁਹਾਨੂੰ ਇਹ ਗੱਲਾਂ ਜਿਹੜੀ ਮੈਂ ਕਰਵਾ ਰਿਹਾ ਸਮਝ ਆ ਰਹੀ ਨੇ। ਠੀਕ ਹੈ, ਤੇ ਉਹਦੇ ਹੋਰ ਮੈਂ ਤੁਹਾਨੂੰ ਦੱਸਾਂ ਵੀ ਕਿਹੜੇ ਕਿਹੜੇ ਨੇ, ਜਿਵੇਂ ਕਿੰਨੇ ਤੋਂ USA ਦੇ ਵਿੱਚ 748 ਬਿਲੀਨੀਅਰਸ ਨੇ, ਤੇ 554 ਬਿਲੀਨੀਅਰਸ ਚਾਈਨਾ ਦੇ ਵਿੱਚ ਨੇ, ਦੂਜੇ ਨੰਬਰ ਤੇ। ਤੇ ਇੰਡੀਆ ਦੇ ਵਿੱਚ ਜਿਹੜੇ ਹੈਗੇ ਹੈ ਨਾ, ਇੰਡੀਆ ਦੇ ਵਿੱਚ ਜਿਹੜੇ ਹੈਗੇ ਉਹ ਕਿੰਨੇ ਨੇ? 145 ਨੇ, ਹੈ ਨਾ, 145 ਇਹ ਤੀਜੇ ਨੰਬਰ ਤੇ ਆ ਇੰਡੀਆ ਦਾ, ਹੈ ਨਾ, ਆ ਵੀ ਆਪਾਂ ਧਿਆਨ ਰੱਖਣਾ ਹੈ। ਕਲੀਅਰ ਹੈ? ਹੋਪ ਸੋ ਤੁਹਾਨੂੰ ਇਹ ਗੱਲ ਜਿਹੜੀ ਹੈਗੀ ਸਮਝ ਆਈ ਹੋਵੇਗੀ। ਅੱਗੇ ਵਾਲਾ ਦਿੱਤਾ ਗਿਆ ਅੱਜ ਸੇਮ ਕੁਐਸਚਨ ਨੇ ਘੁਮਾ ਕੇ ਇਹਨੂੰ ਦੇ ਦਿੱਤਾ ਗਿਆ, ਮੋਸਟ ਨੰਬਰ ਆਫ ਬਿਲੀਨੀਅਰਸ ਕਿੱਥੇ ਹੈਗੇ, ਸਭ ਤੋਂ ਜ਼ਿਆਦਾ ਬਿਲੀਨੀਅਰਸ ਹੋਣੀ ਆਪਾਂ ਮੈਂ ਦੱਸਿਆ ਤੁਹਾਨੂੰ US ਦੇ ਵਿੱਚ ਜਿਹੜੇ ਨੇ ਸਭ ਤੋਂ ਜ਼ਿਆਦਾ ਬਿਲੀਨੀਅਰਸ ਨੇ, ਆ ਵੀ ਤੁਸੀਂ ਧਿਆਨ ਰੱਖਣਾ ਹੈ। ਕਲੀਅਰ ਹੈ? ਹੋਪ ਸੋ ਤੁਹਾਨੂੰ ਇਹ ਸਾਰੀ ਗੱਲਾਂ ਜਿਹੜੀ ਮੈਂ ਕਰਵਾ ਰਿਹਾ ਸਮਝ ਆਈ ਹੋਵੇ। ਲਾਸਟ ਕੁਐਸਚਨ ਹੈਗਾ ਕਿ ਹੈਰਾਥ ਜਿਹੜਾ ਹੈਗਾ ਇਹ ਨਾਈਟ ਆਫ ਹਰਾ ਯਾਨੀ ਕਿ ਫੈਸਟੀਵਲ ਹੈ ਜਿਹੜਾ ਕਿੱਥੇ ਸੈਲੀਬ੍ਰੇਟ ਕੀਤਾ ਜਾਂਦਾ ਹੈ? ਹੈਰਾਥ। ਇੱਕ ਗੱਲ ਧਿਆਨ ਰੱਖਿਓ, ਜਦੋਂ ਵੀ ਤੁਹਾਡੇ ਕੋਲੇ ਹੈ ਨਾ, ਜਦੋਂ ਵੀ ਤੁਹਾਡੇ ਕੋਲੇ ਉਹ ਕੁਐਸਚਨ ਦੇ ਵਿੱਚ ਸਟੇਟ ਤੇ UT ਲਿਖਿਆ ਹੋਵੇ ਨਾ, ਤੁਸੀਂ ਯਾਦ ਰੱਖਿਓ 99% ਕੇਸਾਂ ਦੇ ਵਿੱਚ UT ਹੀ ਹੋਏਗਾ। ਤੇ ਹਿਮਾਚਲ ਪ੍ਰਦੇਸ਼ ਉੱਤਰਾਖੰਡ ਤਾਂ ਹਟਾਈ ਦਿਓ, UT ਹੁਣ ਆਪਣੇ ਕੋਲੇ 2 ਬੱਚੇ ਨੇ। ਤੇ ਇਹ ਕਿੱਥੇ ਸੈਲੀਬ੍ਰੇਟ ਕੀਤਾ ਜਾਂਦਾ ਹੈ? ਇਹ ਜੰਮੂ ਦੇ ਵਿੱਚ ਹੁੰਦਾ ਹੈ। ਕਿੱਥੇ ਹੁੰਦਾ ਹੈ? ਜੰਮੂ ਦੇ ਵਿੱਚ ਹੁੰਦਾ ਹੈ। ਆ ਤੁਸੀਂ ਧਿਆਨ ਰੱਖਣਾ ਹੈ। ਠੀਕ ਹੈ, ਤੇ ਤੁਹਾਨੂੰ ਅਗਰ ਪੁੱਛਿਆ ਜਾਵੇ ਕਿ 48ਵੇਂ ਨੰਬਰ ਦਾ ਖਜੁਰਾਓ ਫੈਸਟੀਵਲ ਕਿੱਥੇ ਹੈਲਡ ਕੀਤਾ ਗਿਆ? ਖਜੁਰਾਓ ਫੈਸਟੀਵਲ, ਤੇ ਆ ਵੀ ਤੁਸੀਂ ਧਿਆਨ ਰੱਖਣਾ ਹੈ, ਮੱਧ ਪ੍ਰਦੇਸ਼ ਦੇ ਵਿੱਚ ਕੀਤਾ ਗਿਆ ਸੀ, ਹੈ ਨਾ, ਆ ਵੀ ਤੁਸੀਂ ਧਿਆਨ ਰੱਖਣਾ ਹੈ। ਉਹਦੇ ਬਾਅਦ ਆਪਾਂ ਅਗਰ ਗੱਲ ਕਰੀਏ, ਤੁਹਾਨੂੰ ਪੁੱਛਿਆ ਜਾਵੇ ਕਚਾਈ ਲੈਮਨ ਫੈਸਟੀਵਲ ਕਿੱਥੇ, ਹੈ ਨਾ, ਕਚਾਈ ਲੈਮਨ, ਹੈ ਨਾ, ਮਨੀਪੁਰ ਦਾ ਹੈ, ਧਿਆਨ ਰੱਖਣਾ ਹੈ। ਕਿੱਥੇ ਦਾ ਹੈ? ਮਨੀਪੁਰ ਦਾ ਹੈ, ਧਿਆਨ ਰੱਖਣਾ ਹੈ। ਠੀਕ ਹੈ, ਤੇ ਉਦੋਂ ਬਾਅਦ ਤੁਰਗਿਆ ਫੈਸਟੀਵਲ ਜਿਹੜਾ ਪੁੱਛਿਆ ਜਾਏ, ਤੁਰਗਿਆ ਫੈਸਟੀਵਲ, ਹੈ ਨਾ, ਤਮਿਲਨਾਡੂ ਦਾ ਹੈ, ਆ ਵੀ ਤੁਸੀਂ ਧਿਆਨ ਰੱਖਣਾ ਹੈ। ਐਪਲ ਫੈਸਟੀਵਲ ਜਿਹੜਾ ਹੈਗਾ ਉਹ ਵੀ ਕਿੱਥੇ ਬਣਾਇਆ ਗਿਆ? ਐਪਲ ਫੈਸਟੀਵਲ ਆ ਵੀ ਇੱਥੇ ਹੀ ਜੰਮੂ ਕਸ਼ਮੀਰ ਦੇ ਵਿੱਚ ਹੀ ਬਣਾਇਆ ਗਿਆ, ਆ ਵੀ ਤੁਸੀਂ ਧਿਆਨ ਰੱਖਣਾ ਹੈ। ਕਲੀਅਰ ਹੈਗਾ? ਠੀਕ ਹੈ, ਇਹ ਮੋਸਟ ਇੰਪੋਰਟੈਂਟ ਨੇ, ਤੇ ਆਪਣੇ ਕੋਲੋਂ ਜਿਹੜੇ ਅੱਗੇ ਆਉਣ ਵਾਲਾ ਜਿਹੜਾ ਐਗਜ਼ਾਮ ਹੈਗਾ ਉਹਦੇ ਵਿੱਚ ਪੁੱਛਿਆ ਜਾ ਸਕਦਾ। ਹੌਰਨਬਿਲ ਕਿੱਥੋਂ ਦਾ ਹੈ? ਹੌਰਨਬਿਲ, ਹੈ ਨਾ, ਇਹ ਨਾਗਾਲੈਂਡ ਦਾ ਹੈ। ਕਿੱਥੋਂ ਦਾ ਹੈ? ਨਾਗਾਲੈਂਡ। ਠੀਕ, ਆ ਵੀ ਆਪਾਂ ਧਿਆਨ ਰੱਖਣਾ ਹੈ। ਕਲੀਅਰ ਹੈ? ਇਹ ਦਿੱਤਾ ਗਿਆ ਹੈ। ਚਲਿਏ, ਤੇ ਆ ਫਿਰ ਉਹੀ ਕੁਐਸਚਨ ਵਾਪਸ ਹੈ, ISSF ਦੇ ਵਿੱਚ ਜਿਹੜਾ ਕਿਹੜਾ ਬੰਦਾ ਨੇ ਜਿਹਨੇ 10 ਮੀਟਰ 에ਅਰ ਪਿਸਟਲ ਮੁਕਾਬਲੇ ਦੇ ਵਿੱਚ ਜਿਹੜਾ ਹੈਗਾ ਸੋਨੇ ਦਾ ਮੈਡਲ ਜਿੱਤਿਆ ਸੀ, ਤੇ ਤੁਹਾਡੇ ਕੋਲ ਸਾਹਮਣੇ ਫੋਟੋ ਆ ਰਹੀ ਹੈ, ਇਹਨੇ ਸੌਰਵ ਚੌਧਰੀ। ਕੌਣ ਨੇ? ਸੌਰਵ ਚੌਧਰੀ ਨੇ, ਜਿਨ੍ਹਾਂ ਨੇ ਉੱਥੇ ਸੋਨੇ ਦਾ ਮੈਡਲ ਜਿੱਤਿਆ, ਆ ਵੀ ਆਪਾਂ ਧਿਆਨ ਰੱਖਣਾ ਹੈ। ਕਲੀਅਰ ਹੈ? ਹੋਪ ਸੋ ਤੁਹਾਨੂੰ ਸਾਰੀ ਗੱਲਾਂ ਜਿਹੜੀ ਮੈਂ ਕਰਵਾ ਰਿਹਾ ਸਮਝ ਆ ਰਹੀ ਹੈ। ਐਕਸਰਸਾਈਜ਼ ਇੱਕ ਵਾਯੂ ਸ਼ਕਤੀ ਹੁੰਦੀ ਹੈ, ਜਿੱਥੇ ਜਿਹੜੀ ਇੰਡੀਅਨ 에ਅਰ ਫੋਰਸ ਦੁਆਰਾ ਜਿਹੜੀ ਹੈਗੀ ਉਹ ਕੀਤੀ ਗਈ ਹੈ, ਆਰਗੇਨਾਈਜ਼ ਕੀਤੀ ਗਈ। ਕਿੱਥੇ ਹੋਈ ਸੀ? ਇਹ ਬਾਕਲੋ ਦੇ ਵਿੱਚ ਹੋਈ ਸੀ, ਯਾਦ ਰੱਖਿਓ। ਕਿੱਥੇ ਹੋਈ ਸੀ? ਬਾਕਲੋ ਦੇ ਵਿੱਚ ਹੋਈ ਸੀ, ਆ ਵੀ ਆਪਾਂ ਧਿਆਨ ਰੱਖਣਾ ਹੈ। ਕਲੀਅਰ ਹੈ? ਹੋਪ ਸੋ ਤੁਹਾਨੂੰ ਗੱਲਾਂ ਸਮਝ ਆ ਰਹੀ ਹੈ ਨਾ। ਇਹ ਆਪਾਂ ਸਾਰੀ ਚੀਜ਼ਾਂ ਜਿਹੜੀ ਕੀਤੀ ਹੈ ਇਹ ਧਿਆਨ ਰੱਖਣੀ ਹੈ। ਇਹ ਆਪਣਾ ਲਾਸਟ ਕੁਐਸਚਨ ਸੀਗਾ, ਤੇ ਤੁਹਾਨੂੰ ਹੋਪ ਸੋ ਮੈਂ ਉਮੀਦ ਕਰਦਾ ਕਿ ਸਾਰੀ ਚੀਜ਼ਾਂ ਜਿੰਨੀਆਂ ਆਪਾਂ ਕੀਤੀਆਂ ਇਹ ਸਾਰੀ ਜਿਹੜੀ ਹੈਗੀ ਤੁਹਾਨੂੰ ਸਮਝ ਆਈ ਹੋਵੇਗੀ। ਠੀਕ ਹੈ, ਤੁਸੀਂ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰੋ, ਤੇ ਅੱਗੇ ਆਉਣ ਵਾਲੇ ਜਿੰਨੇ ਵੀ ਸਮੇਂ ਹੈਗਾ ਉਹਦੇ ਵਿਚਕਾਰ ਆਪਾਂ ਹੋਰ ਵੀ ਬਹੁਤ ਸਾਰੇ ਕੁਐਸਚਨਾਂ ਦੇ ਉੱਤੇ ਗੱਲਾਂ ਕਰਾਂਗੇ। ਠੀਕ ਹੈ, ਔਰ ਤੁਹਾਡਾ ਜਿਹੜਾ ਪਿਆਰ ਸਮਾਨ ਜਿਹੜਾ ਹੈਗਾ ਉਹ ਸਾਡੇ ਨਾਲ ਬਣਿਆ ਰਹੇ। ਆਪਾਂ ਫਿਰ ਮਿਲਦੇ ਹਾਂ ਅਗਲੇ ਵੀਡੀਓ ਦੇ ਵਿੱਚ, ਤੇ ਤੁਸੀਂ ਜਦੋਂ ਤੱਕ ਇਹਨੂੰ ਆਪਣੇ ਦੋਸਤਾਂ ਦੇ ਨਾਲ ਜ਼ਰੂਰ ਸ਼ੇਅਰ ਕਰੋ, ਸਾਨੂੰ ਪੂਰਾ ਸਪੋਰਟ ਕਰੋ। ਤੇ ਜਿਹੜਾ ਜਿਵੇਂ ਤੁਹਾਨੂੰ ਦੱਸਿਆ ਗਿਆ ਸੀ ਵੀ ਆਪਾਂ ਜਨਵਰੀ, ਫਰਵਰੀ ਜਾਂ ਮਾਰਚ ਇਨ ਤਿੰਨੋਂ ਮਹੀਨਿਆਂ ਦੇ ਇੱਕ ਮਹੀਨੇ ਦੇ ਵਿੱਚ ਪੂਰਾ ਕੋਰਸ ਪੰਜਾਬ ਦਾ ਫ੍ਰੀ ਆਫ ਕੋਸਟ ਲਾਂਚ ਕਰਾਂਗੇ, ਜਿੱਥੇ ਆਪਾਂ ਪਹਿਲੇ ਬੈਚ ਵਿੱਚ 50 ਸਟੂਡੈਂਟ ਲੈਣੇ ਨੇ, ਉਹ ਬਿਲਕੁਲ ਫ੍ਰੀ ਆਫ ਕੋਸਟ ਲੈਣੇ ਨੇ, ਤੇ ਉਹਨਾਂ ਨੂੰ ਪੂਰਾ ਕੋਰਸ ਜਿਹੜਾ ਹੈਗਾ ਪੰਜਾਬੀ ਦੇ ਵਿੱਚ ਕਰਵਾਇਆ ਜਾਏਗਾ। ਠੀਕ ਹੈ, ਤੇ ਆਪਣਾ ਸੈਂਟਰ ਜਿਹੜਾ ਹੈਗਾ ਪੰਜਾਬ ਦੇ ਵਿੱਚ ਪਹਿਲਾ ਜਿਹੜਾ ਖੋਲ੍ਹਿਆ ਜਾਣਾ ਹੈ ਔਨਲਾਈਨ ਵਾਸਤੇ। ਠੀਕ ਹੈ, ਤੇ ਇਹ ਤੁਹਾਡੀ ਆਪਣੀ ਸਿਟੀ ਜਿਹੜੀ ਹੈਗੀ ਲੁਧਿਆਣਾ, ਉੱਥੇ ਆਪਾਂ ਖੋਲਾਂਗੇ। ਠੀਕ ਹੈ, ਤੇ ਤੁਸੀਂ ਬਸ ਜਦੋਂ ਤੱਕ ਆਪਣਾ ਸੈਂਟਰ ਆਵੇ ਔਨਲਾਈਨ ਵਾਸਤੇ, ਉਦੋਂ ਤੱਕ ਤੁਸੀਂ ਸਾਨੂੰ ਪਿਆਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰੋ, ਤੇ ਆਪਣੇ ਦੋਸਤਾਂ ਨਾਲ ਜਿਹੜੇ ਇਹਨੂੰ ਸ਼ੇਅਰ ਕਰੋ। ਥੈਂਕ ਯੂ ਸੋ ਮਚ।